ਸੋ ਇਸ ਵੀਡੀਓ ਵਿੱਚ ਆਪਾਂ ਇੰਗਲਿਸ਼ ਗ੍ਰਾਮਰ ਦੇ ਮਾਡਲ ਵਰਬਸ ਦੇਖਾਂਗੇ ਜੋ ਕਿ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਜਿਹੜੇ ਆ ਵਰਬਸ ਮੰਨੇ ਜਾਂਦੇ ਇੰਗਲਿਸ਼ ਲੈਂਗੁਏਜ ਦੇ ਵਿੱਚ, ਕਿਉਂਕਿ ਇਹਨਾਂ ਦੇ ਨਾਲ ਅਸੀਂ ਕਾਫੀ ਸਾਰੀਆਂ ਚੀਜ਼ਾਂ ਜਿਹੜੀਆਂ ਆ ਉਹ ਸੁਜੈਸਟ ਕਰ ਸਕਦੇ ਆ। ਠੀਕ ਹੈ, ਸੋ ਮਾਡਲ ਵਰਬਸ ਦੇਖ ਲਓ। ਪਹਿਲਾਂ ਦੇਖਦੇ ਆ ਵੀ ਕਿਹੜੇ ਕਿਹੜੇ ਹੁੰਦੇ ਆ। ਮੋਸਟ ਕਾਮਨਲੀ ਯੂਜ਼ਡ ਮਾਡਲ ਵਰਬਸ ਦੇਖ ਲਓ। ਕੈਨ, ਕੁੱਡ ਜਾਂ ਕੈਨ ਐਂਡ ਕੁੱਡ, ਮੇ, ਮਾਈਟ, ਸ਼ੁੱਡ, ਵੁੱਡ, ਮਸਟ, ought to, am, was to, have ਜਾਂ had to ਜਾਂ have to, used to, need, dare to ਵੀ ਹੁੰਦਾ ਇੱਕ, ਤੇ shall and will। ਇਹ ਸਾਰੇ ਦੇ ਸਾਰੇ ਇੱਕ ਮਾਡਲ ਵਰਬਸ ਆ ਜੋ ਅਸੀਂ ਕਾਫੀ ਸਾਰੀਆਂ ਚੀਜ਼ਾਂ ਦੱਸਣ ਵਿੱਚ ਯੂਜ਼ ਕਰਦੇ ਆ। ਠੀਕ ਹੈ, ਸੋ ਅੱਗੇ ਨੈਕਸਟ ਦੇਖਦੇ ਆ ਕਿ ਇਹ ਜਿਹੜੇ ਮਾਡਲ ਵਰਬਸ ਆ ਇਹ ਕਿਹੜੀਆਂ ਕਿਹੜੀਆਂ ਚੀਜ਼ਾਂ ਸਾਨੂੰ ਦਿਖਾਉਂਦੇ ਆ। ਇਹ ਦਰਅਸਲ ਕਿਹੜੀਆਂ ਕਿਹੜੀਆਂ ਚੀਜ਼ਾਂ ਸਾਨੂੰ ਸੁਜੈਸਟ ਕਰਦੇ ਆ। ਜੇ ਕਿਸੇ ਟੈਂਸ ਦੇ ਵਿੱਚ ਕੋਈ ਮਾਡਲ ਵਰਬ ਲੱਗਾ ਹੈ ਤਾਂ ਇਹ ਮਾਡਲ ਵਰਬ ਜਿਹੜੇ ਆ ਫੋਲੋਇੰਗ ਚੀਜ਼ਾਂ ਨੂੰ ਇਹ ਡਿਸਕ੍ਰਾਈਬ ਕਰਦੇ ਆ। ਫੋਰ ਐਗਜ਼ਾਮਪਲ ਕੀ ਆ, ਪਰਮਿਸ਼ਨ ਹੋ ਗਈ, ਜਿਵੇਂ ਕਿਸੇ ਨੂੰ ਪਰਮਿਸ਼ਨ ਦੇਣੀ ਹੈ ਜਾਂ ਕਿਸੇ ਤੋਂ ਪਰਮਿਸ਼ਨ ਲੈਣੀ ਹੈ। ਠੀਕ ਹੈ, ਤੇ ਇੱਕ ਕਿਸੇ ਚੀਜ਼ ਦੀ ਐਬਿਲਿਟੀ ਹੋ ਗਈ, ਕੋਈ ਟਾਸਕ ਕਰਨ ਦੀ ਐਬਿਲਿਟੀ ਹੋ ਗਈ, ਤੇ ਪੋਸੀਬਿਲਿਟੀ ਹੋ ਗਈ, ਸੁਜੈਸ਼ਨ ਜਾਂ ਐਡਵਾਈਸ ਹੋ ਗਈ। ਠੀਕ ਹੈ ਜੀ, ਤੇ ਪ੍ਰੋਮਿਸ ਹੋ ਗਿਆ ਜਾਂ ਇੰਟੈਂਸ਼ਨ ਹੋ ਗਈ, ਕੋਈ ਕੰਮ ਕਰਨ ਦੀ ਇੰਟੈਂਸ਼ਨ ਜਾਂ ਕਿਸੇ ਵੀ ਤਰੀਕੇ ਦੀ ਜਿਹੜੀ ਆ ਸਾਡੀ ਫੀਲਿੰਗ ਦੀ ਇੰਟੈਂਸ਼ਨ ਆ। ਰਿਕੁਐਸਟ ਆ ਜਾਂ ਨੈਸੈਸਰੀ ਆ ਜਾਂ ਕੰਪਲਸ਼ਨ ਆ, ਕਿਸੇ ਚੀਜ਼ ਦੀ ਕੰਪਲਸ਼ਨ ਆ ਵੀ ਮਤਲਬ ਉਹ ਕੰਮ ਜਿਹੜਾ ਉਹ ਕਰਨਾ ਹੀ ਪੈਣਾ ਜਦੋਂ ਹੈਵ ਟੂ ਲੱਗਾ ਹੁੰਦਾ। ਠੀਕ ਹੈ, ਤਾਂ ਉਹ ਕੰਪਲਸ਼ਨ ਬਣ ਜਾਂਦੀ ਹੈਵ ਟੂ ਦੇ ਵਿੱਚ। ਤੇ ਪ੍ਰੋਹਿਬਿਸ਼ਨ ਦਾ ਮਤਲਬ ਹੁੰਦਾ ਕਿਸੇ ਚੀਜ਼ ਨੂੰ ਜਦੋਂ ਵਰਜਿਤ ਕੀਤਾ ਜਾਂਦਾ ਹੈ ਜਾਂ ਰੋਕਿਆ ਜਾਂਦਾ ਹੈ, ਉਹਨੂੰ ਆਪਾਂ ਪ੍ਰੋਹਿਬਿਸ਼ਨ ਕਹਿੰਦੇ ਆ। ਤੇ ਵਿਸ਼ ਜਾਂ ਪ੍ਰੇ ਹੋ ਗਈ, ਵਿਸ਼ ਹੁੰਦੀ ਸਾਡੀ ਕੋਈ ਇੱਛਾ ਹੋ ਗਈ। ਠੀਕ ਹੈ ਜੀ, ਜਾਂ ਚਾਹਤ, ਜਾਂ ਪ੍ਰੇ ਹੋ ਗਈ ਜਾਂ ਸਾਨੂੰ ਪ੍ਰੇ ਕਰਦੇ ਆ, ਮਤਲਬ ਇਹ ਵੀ ਸਾਡੀ ਵਿਸ਼ੇ ਹੁੰਦੀ ਹੈ ਇੱਕ ਕਿਸਮ ਦੀ। ਠੀਕ ਹੈ ਜੀ, ਨੈਕਸਟ ਹੈਗਾ ਡਿਊਟੀ ਜਾਂ ਓਬਲੀਗੇਸ਼ਨ। ਓਬਲੀਗੇਸ਼ਨ ਦਾ ਮਤਲਬ ਵੀ ਡਿਊਟੀ ਹੁੰਦਾ ਹੈ, ਮਤਲਬ ਜਿਹੜਾ ਸਾਨੂੰ ਕੰਮ ਕਰਨਾ ਹੀ ਪੈਣਾ ਜਾਂ ਕਰਨਾ ਚਾਹੀਦਾ ਆ, ਉਹ ਡਿਊਟੀ ਹੋ ਗਈ ਸਾਡੀ। ਠੀਕ ਹੈ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਇਹ ਸੁਜੈਸ਼ਨਸ ਆ ਜੋ ਸਾਨੂੰ ਮਾਡਲ ਵਰਬਸ ਤੋਂ ਪਤਾ ਲੱਗਦਾ। ਜਦੋਂ ਕਿਸੇ ਸੈਂਟੈਂਸ ਵਿੱਚ ਮਾਡਲ ਵਰਬ ਲੱਗਾ ਹੋਵੇ ਤਾਂ ਸਾਨੂੰ ਪਤਾ ਲੱਗਦਾ ਕਿ ਆਹ ਫੋਲੋਇੰਗ ਚੀਜ਼ਾਂ ਜਿਹੜੀਆਂ ਸੁਜੈਸ਼ਨ ਆ ਇਹ ਉਹ ਸੈਂਟੈਂਸ ਦੱਸ ਰਿਹਾ ਹੈ। ਠੀਕ ਹੈ, ਇਸ ਕਰਕੇ ਇਹਨਾਂ ਦੀ ਕਾਫੀ ਸਾਰੀ ਇੰਪੋਰਟੈਂਸ ਬਣ ਜਾਂਦੀ ਹੈ। ਟਾਸਕ ਜਿਹੜੇ ਆਇਲਸ ਦੇ ਟਾਸਕ 1 ਆ ਤੇ ਟਾਸਕ 2 ਦੇ ਵਿੱਚ, ਸਪੈਸ਼ਲੀ ਟਾਸਕ 2 ਜਿਹੜਾ ਉਹਦੇ ਵਿੱਚ ਕਾਫੀ ਸਾਰੇ ਮਾਡਲ ਵਰਬਸ ਯੂਜ਼ ਹੁੰਦੇ ਆ। ਠੀਕ ਹੈ, ਕੋਈ ਕੈਨ, ਕੁੱਡ ਤਾਂ ਸ਼ੁੱਡ, ਵੁੱਡ, ਇਹ ਕਾਫੀ ਚੀਜ਼ਾਂ ਯੂਜ਼ ਹੁੰਦੀਆਂ। ਸੋ ਇਹਨਾਂ ਦੇ ਉੱਤੇ ਹੀ ਆਪਾਂ ਹੁਣ ਜਿਹੜੀਆਂ ਫੋਲੋਇੰਗ ਵੀਡੀਓਜ਼ ਕਰਨੀਆਂ ਥੋੜ੍ਹੇ ਜਿਹੇ ਪਾਰਟਸ। ਸੋ ਇਸ ਵੀਡੀਓ ਵਿੱਚ ਆਪਾਂ ਦੇਖਾਂਗੇ ਕੈਨ ਐਂਡ ਕੁੱਡ ਜਿਹੜਾ ਆ ਉਹ ਕਿੱਥੇ ਕਿੱਥੇ ਯੂਜ਼ ਹੋਣਾ, ਤੇ ਪਲੱਸ ਕੁੱਡ ਹੈਵ ਜਿਹੜਾ ਉਹਦਾ ਕੀ ਮਤਲਬ ਹੈ ਤੇ ਇਹ ਕਿੱਥੇ ਯੂਜ਼ ਹੋਣਾ, ਕੁੱਡ ਹੈਵ। ਠੀਕ ਹੈ, ਸੋ ਇਹ ਆਪਾਂ ਫੋਲੋਇੰਗ ਚੀਜ਼ਾਂ ਦੇਖਾਂਗੇ। ਸੋ ਨੈਕਸਟ ਦੇਖੋ ਜੀ, ਯੂਜ਼ ਜਿਹੜਾ ਕੈਨ ਐਂਡ ਕੁੱਡ ਜਿਹੜਾ ਉਹ ਕਿੱਥੇ ਕਿੱਥੇ ਯੂਜ਼ ਹੋਣਾ, ਕਿੱਥੇ ਕੈਨ ਯੂਜ਼ ਹੋਣਾ ਤੇ ਕਿਸ ਜਗ੍ਹਾ ਦੇ ਉੱਤੇ ਕੁੱਡ ਯੂਜ਼ ਹੋਊਗਾ। ਠੀਕ ਹੈ, ਹੁਣ ਦੇਖੋ ਇਹ ਜਿਹੜਾ ਕੈਨ ਹੈ ਕਿਸੇ ਦੀ ਐਬਿਲਿਟੀ ਕਿਸੇ ਪਰਸਨ ਦੀ ਐਬਿਲਿਟੀ ਨੂੰ ਦਰਸਾਉਂਦਾ ਹੈ। ਠੀਕ ਹੈ, ਰਿਪਰੈਜ਼ੈਂਟ ਕਰਦਾ ਕਿਸੇ ਪਰਸਨ ਦੀ ਵੀ ਐਬਿਲਿਟੀ ਨੂੰ। ਤੇ ਕੁੱਡ ਜਿਹੜਾ ਐਬਿਲਿਟੀ ਟੂ ਡੂ ਵਰਕ, ਇਹ ਵੀ ਸੇਮ ਹੀ ਹੁੰਦਾ, ਬਟ ਜਿਹੜੀ ਇਹਨਾਂ ਦੀ ਯੂਜ਼ੇਜ ਆ ਉਹ ਅਲੱਗ-ਅਲੱਗ ਆ। ਫੋਰ ਐਗਜ਼ਾਮਪਲ ਹੁਣ ਦੇਖੋ ਕਿਸੇ ਪਰਸਨ ਦੀ ਐਬਿਲਿਟੀ ਨੂੰ ਦਿਖਾਉਣ ਦੇ ਲਈ, ਠੀਕ ਹੈ, ਕਿਸੇ ਪਰਸਨ ਦੀ ਐਬਿਲਿਟੀ ਨੂੰ ਰਿਪਰੈਜ਼ੈਂਟ ਕਰਦਾ ਹੈ ਕੈਨ ਜਾਂ ਕੁੱਡ। ਸੋ ਦੇਖਦੇ ਆ ਕੀ ਆ ਜਿਹੜਾ ਇਹ ਕੈਨ ਐਂਡ ਕੁੱਡ ਐਬਿਲਿਟੀ ਪ੍ਰੈਜ਼ੈਂਟ, ਪਾਸਟ ਤੇ ਫਿਊਚਰ ਦੇ ਵਿੱਚ ਵੀ ਦਿਖਾਉਂਦਾ ਹੈ। ਜਦੋਂ ਕਿਸੇ ਦੀ ਵੀ ਐਬਿਲਿਟੀ ਦੱਸਣੀ ਤਾਂ ਅਸੀਂ ਕੈਨ ਜਾਂ ਕੁੱਡ ਲਗਾ ਸਕਦੇ ਹਾਂ। ਫੋਰ ਐਗਜ਼ਾਮਪਲ ਸ਼ੀ ਕੈਨ ਰਾਈਟ ਇੰਗਲਿਸ਼ ਵੈਲ, ਇਹ ਹੋਗਾ ਸਾਡਾ ਪ੍ਰੈਜ਼ੈਂਟ ਟੈਂਸ ਦੇ ਵਿੱਚ। ਸ਼ੀ ਕੈਨ ਰਾਈਟ ਇੰਗਲਿਸ਼ ਵੈਲ, ਉਹ ਬਹੁਤ ਵਧੀਆ ਇੰਗਲਿਸ਼ ਲਿਖ ਸਕਦੀ ਹੈ। ਮੀਨੂ ਕੁੱਡ ਪਲੇ ਐਟ ਕਾਰਡਸ, ਹੁਣ ਇਹ ਕੀ ਹੈ, ਇਹ ਕੁੱਡ ਹੋ ਗਿਆ, ਮੰਨ ਲਓ ਇਹ ਪਾਸਟ ਟੈਂਸ ਦੇ ਵਿੱਚ ਹੋ ਗਿਆ। ਠੀਕ ਹੈ, ਹੁਣ ਇਹ ਕਾਰਡਸ ਖੇਡਣ ਦੀ ਜਿਹੜੀ ਆ ਮੀਨੂ ਦੀ ਆ ਕਪੈਸਿਟੀ ਆ ਜਾਂ ਐਬਿਲਿਟੀ ਆ ਉਹ ਪਾਸਟ ਸੈਂਟੈਂਸ ਦੇ ਵਿੱਚ ਇਹ ਟੈਂਸ ਦਿਖਾ ਰਿਹਾ ਹੈ। ਠੀਕ ਹੈ, ਹੁਣ ਨੈਕਸਟ ਦੇਖੋ ਕੀ ਆ, ਹੁਣ ਕੈਨ ਐਂਡ ਕੁੱਡ ਦਾ ਕਿੱਥੇ ਯੂਜ਼ ਕਰਨਾ, ਜਦੋਂ ਸਾਡੇ ਕੋਲ ਅਸੀਂ ਕਿਸੇ ਨੂੰ ਪੋਲਾਈਟ ਰਿਕੁਐਸਟ ਕਰਨੀ ਜਾਂ ਸਾਨੂੰ ਕੋਈ ਬੰਦਾ ਪੋਲਾਈਟ ਰਿਕੁਐਸਟ ਕਰਦਾ ਹੈ। ਠੀਕ ਹੈ, ਉਸ ਜਗ੍ਹਾ ਦੇ ਉੱਤੇ ਇਹਦੇ ਟੈਂਸ ਦੇਖ ਲੈਂਦੇ ਆ। ਜਾਂ ਫੋਰ ਐਗਜ਼ਾਮਪਲ ਨੰਬਰ 1, ਫੋਰ ਐਗਜ਼ਾਮਪਲ ਕੋਈ ਸੈਂਟੈਂਸ ਬਣਾ ਲੈਂਦੇ ਇੱਥੇ, ਜਿਵੇਂ ਕਿ ਕੁੱਡ ਯੂ ਪਲੀਜ਼ ਡੂ ਇਟ ਫॉर ਮੀ। ਇਹ ਹੋ ਗਿਆ ਆਪਣਾ ਕੁਐਸਚਨ ਜਿਹੜਾ ਆ ਕੁਐਸਚਨ ਜਾਂ ਇੰਟਰੋਗੇਟਿਵ ਸੈਂਟੈਂਸ ਆ ਸਾਡਾ, ਕੁੱਡ ਯੂ ਪਲੀਜ਼ ਡੂ ਇਟ ਫॉर ਮੀ। ਜਦੋਂ ਅਸੀਂ ਕਿਸੇ ਨੂੰ ਪੋਲਾਈਟ ਰਿਕੁਐਸਟ ਕਰਨੀ ਹੈ ਨਾ ਤਾਂ ਅਸੀਂ ਕੁੱਡ ਦਾ ਯੂਜ਼ ਕਰਨਾ ਹੈ ਉੱਥੇ। ਠੀਕ ਹੈ, ਤੇ ਨੈਕਸਟ ਇਹਦੀ ਇੱਕ ਹੋਰ ਐਗਜ਼ਾਮਪਲ ਦੇਖ ਲੈਂਦੇ ਹਾਂ। ਕੁੱਡ ਯੂ ਪਲੀਜ਼ ਲੈਂਡ ਮੀ ਸਮ ਮਨੀ।
ਹੁਣ ਇੱਥੇ ਵੀ ਅਸੀਂ ਪੋਲਾਈਟ ਰਿਕੁਐਸਟ ਹੀ ਕਰਨੀ ਹੈ ਕਿ ਕੀ ਤੁਸੀਂ ਮੈਨੂੰ ਕੁਝ ਪੈਸੇ ਉਧਾਰ ਦੇ ਸਕਦੇ ਆ। ਇਹ ਜਦੋਂ ਅਸੀਂ ਪੋਲਾਈਟ ਰਿਕੁਐਸਟ ਕਰਨੀ ਤਾਂ ਅਸੀਂ ਕੈਨ ਨਹੀਂ ਯੂਜ਼ ਕਰਨਾ, ਇੱਥੇ ਇਸ ਜਗ੍ਹਾ ਦੇ ਉੱਤੇ ਕੁਡ ਹੀ ਯੂਜ਼ ਕਰਨਾ। ਇਹ ਕੋਈ ਪਾਸਟ ਸੈਂਟੈਂਸ ਨਹੀਂ ਹੈਗਾ, ਇਹ ਅਸੀਂ ਕਿਸੇ ਨੂੰ ਹੈਲਪ ਕਰਨ ਦੇ ਲਈ ਕਹਿ ਰਹੇ ਹਾਂ ਜਾਂ ਕਿਸੇ ਤੋਂ ਪੈਸੇ ਉਧਾਰ ਮੰਗ ਰਹੇ ਹਾਂ, ਰਿਕੁਐਸਟ ਪੋਲਾਈਟ ਰਿਕੁਐਸਟ ਦੀ ਫਾਰਮ ਦੇ ਵਿੱਚ। ਠੀਕ ਹੈ ਜੀ, ਇੱਥੋਂ ਤੋਂ ਸਾਨੂੰ ਕਲੀਅਰ ਹੋਊਗਾ। ਤੇ ਨੈਕਸਟ ਦੇਖਦੇ ਹਾਂ ਅਸੀਂ ਕੈਨ ਐਂਡ ਕੁਡ ਕਿੱਥੇ ਕਿੱਥੇ ਯੂਜ਼ ਹੁੰਦਾ ਹੈ। ਸੋ ਨੈਕਸਟ ਸਾਡਾ ਹੈਗਾ ਪਰਮਿਸ਼ਨ ਜਾਂ ਆਰਡਰ ਦੇਣ ਲਈ। ਠੀਕ ਹੈ, ਜਾਂ ਪਰਮਿਸ਼ਨ ਲੈਣ ਲਈ ਜਾਂ ਆਰਡਰ ਦੇਣ ਲਈ। ਫੋਰ ਐਗਜ਼ਾਮਪਲ ਕੀ ਆ, ਇਹ ਸੈਂਟੈਂਸ ਦੇਖਦੇ, ਸੈਂਟੈਂਸ ਦੀ ਫਾਰਮੇਸ਼ਨ ਵਿੱਚ ਦੇਖਦੇ ਹਾਂ। ਯੈਸ, ਜਦੋਂ ਮੰਨ ਲਓ ਹੁਣ ਕੋਈ ਸਾਨੂੰ ਕਹਿੰਦਾ ਆ ਕਿ ਕੀ ਮੈਂ ਜਾ ਸਕਦਾ ਹੈ, ਯੈਸ ਯੂ ਕੈਨ ਗੋ ਨਾਓ। ਠੀਕ ਹੈ, ਇੱਥੇ ਕੈਨ ਲੱਗਾ ਹੁਣ। ਠੀਕ ਹੈ ਜੀ, ਇੱਥੇ ਕੁਡ ਨਹੀਂ ਲੱਗਾ, ਇੱਥੇ ਕੈਨ ਲੱਗਾ। ਜਦੋਂ ਆਪਾਂ ਕਿਸੇ ਨੂੰ ਪਰਮਿਸ਼ਨ ਦੇ ਰਹੇ ਹਾਂ, ਠੀਕ ਹੈ, ਇੱਥੇ ਪਰਮਿਸ਼ਨ ਆਪਾਂ ਦੇ ਰਹੇ ਹਾਂ ਕਿ ਹਾਂਜੀ ਤੁਸੀਂ ਜਾ ਸਕਦੇ ਆ। ਨੈਕਸਟ ਦੇਖ ਲੈਂਦੇ ਕੀ ਆ, ਯੂ ਕੈਨ ਟੇਕ ਮਾਈ ਬੁੱਕ। ਹੁਣ ਇੱਥੇ ਦੇਖ ਲਓ ਕੀ ਆ, ਇੱਥੇ ਆਪਾਂ ਆਰਡਰ ਦੇ ਰਹੇ ਹਾਂ ਕਿ ਤੁਸੀਂ, ਆਪਾਂ ਕਿਸੇ ਨੂੰ ਇਜਾਜ਼ਤ ਦੇ ਰਹੇ ਹਾਂ, ਆਰਡਰ ਦੇ ਰਹੇ ਹਾਂ ਕਿ ਤੁਸੀਂ ਮੇਰੀ ਕਿਤਾਬ ਲੈ ਸਕਦੇ ਆ। ਇੱਥੇ ਅਸੀਂ ਕੀ ਸੀ, ਆਪਾਂ ਕਿਸੇ ਨੂੰ ਆਪਾਂ ਪਰਮਿਸ਼ਨ ਦੇ ਰਹੇ ਸੀ ਕਿ ਤੁਸੀਂ ਜਾ ਸਕਦੇ ਆ। ਠੀਕ ਹੈ, ਇਸ ਤਰੀਕੇ ਨਾਲ ਆਪਾਂ ਕੈਨ ਹੀ ਯੂਜ਼ ਕਰਨਾ, ਇੱਥੇ ਕੁਡ ਨਹੀਂ ਯੂਜ਼ ਕਰਨਾ ਇੱਥੇ। ਹੁਣ ਨੈਕਸਟ ਦੇਖਦੇ ਹਾਂ ਕਿੱਥੇ ਕਿੱਥੇ ਕੈਨ ਐਂਡ ਕੁਡ ਯੂਜ਼ ਹੁੰਦਾ। ਉਹ ਹੈਗਾ ਪ੍ਰੋਹਿਬਿਸ਼ਨ ਜਾਂ ਆਫਰ ਦੇ ਉੱਤੇ। ਪ੍ਰੋਹਿਬਿਸ਼ਨ ਹੁੰਦੀ ਹੈ ਕਿਸੇ ਨੂੰ ਆਪਾਂ ਰੋਕਦੇ ਹਾਂ ਜਦੋਂ, ਆਫਰ ਹੁੰਦੀ ਹੈ ਜਦੋਂ ਕਿਸੇ ਨੂੰ ਕੋਈ ਆਫਰ ਦਿੰਦੇ ਆ ਜਾਂ ਕਿਸੇ ਨੂੰ ਕੋਈ ਕੰਮ ਕਰਨ ਦਾ ਲਾਲਚ ਦਿੰਦੇ ਆ, ਇਸ ਤਰੀਕੇ ਨਾਲ। ਠੀਕ ਹੈ, ਤਾਂ ਹੁਣ ਦੇਖੋ ਕੀ ਹੈ, ਇਹ ਪ੍ਰੋਹਿਬਿਸ਼ਨ ਦੀ ਫਾਰਮ ਦੇ ਵਿੱਚ ਕਿਵੇਂ ਯੂਜ਼ ਹੋਣਾ। ਨੰਬਰ ਇੱਕ ਸੈਂਟੈਂਸ ਦੇਖਦੇ ਹਾਂ, ਯੂ ਕੈਨ ਨਾਟ ਐਂਟਰ ਦਾ ਰੂਮ। ਹੁਣ ਇਹ ਕੀ ਹੋ ਗਿਆ, ਪ੍ਰੋਹਿਬਿਸ਼ਨ ਹੋ ਗਈ। ਆਪਾਂ ਕਿਸੇ ਪਰਸਨ ਨੂੰ ਪ੍ਰੋਹਿਬਿਟ ਕਰਤਾ ਕਿ ਯੂ ਕੈਨ ਨਾਟ ਐਂਟਰ ਦਾ ਰੂਮ, ਤੁਸੀਂ ਅੰਦਰ ਨਹੀਂ ਆ ਸਕਦੇ, ਰੂਮ ਦੇ ਵਿੱਚ ਅੰਦਰ ਐਂਟਰ ਨਹੀਂ ਕਰ ਸਕਦੇ। ਠੀਕ ਹੈ, ਨੈਕਸਟ ਦੇਖਦੇ ਹਾਂ ਨੰਬਰ 2। ਹੁਣ ਇਹਦੇ ਵਿੱਚ ਕੀ ਆ, ਕੈਨ ਆਈ ਗੈਟ ਯੂ ਸਮ ਫਰੂਟ। ਹੁਣ ਇਹ ਕੀ ਹੋ ਗਿਆ, ਆਫਰ। ਠੀਕ ਹੈ, ਹੁਣ ਕੈਨ ਆਈ ਗੈਟ ਯੂ ਸਮ ਫਰੂਟ, ਕੀ ਮੈਂ ਤੁਹਾਡੇ ਲਈ ਕੋਈ ਫਰੂਟ ਲੈ ਕੇ ਆ ਸਕਦਾ ਹਾਂ, ਇਹ ਹੋ ਗਿਆ ਸਾਡਾ ਆਫਰ। ਤੇ ਪਹਿਲਾਂ ਜਿਹੜਾ ਕੀਤੀ ਸੀ ਯੂ ਕੈਨ ਨਾਟ ਐਂਟਰ ਦਾ ਰੂਮ, ਇਹ ਸੀਗੀ, ਇਹ ਅਸੀਂ ਪ੍ਰੋਹਿਬਿਟ ਕੀਤਾ ਸੀ, ਇਹ ਪ੍ਰੋਹਿਬਿਸ਼ਨ ਸੀਗੀ। ਠੀਕ ਹੈ, ਨੈਕਸਟ ਦੇਖਦੇ ਹਾਂ ਨੰਬਰ 3, ਇੱਕ ਸੈਂਟੈਂਸ ਹੋਰ ਕਰਦੇ ਹਾਂ, ਕੈਨ ਆਈ ਹੈਲਪ ਯੂ। ਇਹ ਵੀ ਇੱਕ ਕੀ ਹੋ ਗਿਆ, ਆਫਰ ਹੀ ਹੋ ਗਿਆ। ਠੀਕ ਹੈ, ਇਹ ਵੀ ਅਸੀਂ ਆਫਰ ਇਹ ਕੀਤਾ ਕਿ ਕੈਨ ਆਈ ਹੈਲਪ ਯੂ, ਕੀ ਮੈਂ ਤੁਹਾਡੀ ਮਦਦ ਕਰ ਸਕਦਾ। ਸੋ ਇਸ ਤਰੀਕੇ ਨਾਲ ਅਸੀਂ ਕੈਨ ਦਾ ਯੂਜ਼ ਕਰਦੇ ਹਾਂ ਪ੍ਰੋਹਿਬਿਸ਼ਨ ਜਾਂ ਆਫਰ ਦੇਣ ਲਈ ਵੀ। ਠੀਕ ਹੈ, ਸਿਰਫ ਪੋਲਾਈਟ ਰਿਕੁਐਸਟ ਜਦੋਂ ਕਰਦੇ ਹਾਂ ਉਸ ਜਗ੍ਹਾ ਦੇ ਉੱਤੇ ਅਸੀਂ ਕੁਡ ਯੂਜ਼ ਕੀਤਾ ਫਿਲਹਾਲ, ਜਾਂ ਅਸੀਂ ਪਾਸਟ ਸੈਂਟੈਂਸ ਦੇ ਵਿੱਚ ਕਿਸੇ ਦੀ ਐਬਿਲਿਟੀ ਦਿਖਾਈ ਹੈ, ਉਸ ਵੇਲੇ ਅਸੀਂ ਪਾਸਟ ਕੁਡ ਯੂਜ਼ ਕੀਤਾ। ਸੋ ਨੈਕਸਟ ਦੇਖਦੇ ਕੀ ਹੈ, ਨੈਕਸਟ ਹੈਗਾ ਪੋਸੀਬਿਲਿਟੀ ਦੱਸਣ ਦੇ ਲਈ। ਪੋਸੀਬਿਲਿਟੀ ਦੱਸਣ ਦੇ ਲਈ ਕੈਨ ਜਾਂ ਕੁਡ ਦੇ ਵਿੱਚੋਂ ਕਿਹੜਾ ਯੂਜ਼ ਕਰਾਂਗੇ। ਹੁਣ ਦੇਖੋ, ਜਦੋਂ ਪੋਸੀਬਿਲਿਟੀ ਦਾ ਮਤਲਬ ਕਿ ਜਦੋਂ ਸਾਨੂੰ ਕਿਸੇ ਨੇ ਕੋਈ ਕੁਐਸਚਨ ਪੁੱਛਿਆ ਗਿਆ, ਕੁਐਸਚਨ ਹੈਗਾ ਸਾਡੇ ਕੋਲ ਜਿਵੇਂ ਕਿ ਹਾਊ ਓਲਡ ਇਜ਼ ਸ਼ੀ। ਜਦੋਂ ਵੈਸੇ ਕਿਸੇ ਨੇ ਕੁਐਸਚਨ ਪੁੱਛਿਆ ਜਾਂ ਆਪਾਂ ਨੂੰ ਪੁੱਛਿਆ ਬਟ ਸਾਨੂੰ ਕਿਸੇ ਦੀ ਏਜ ਦਾ ਪਤਾ ਨਹੀਂ ਹੈਗਾ। ਠੀਕ ਹੈ, ਫਿਰ ਅਸੀਂ ਕੀ ਆਨਸਰ ਦੇ ਸਕਦੇ ਹਾਂ, ਸ਼ੀ ਕੁਡ ਬੀ 16। ਇਹ ਆਨਸਰ ਹੋਗਾ ਸਾਡਾ। ਅਸੀਂ ਅੰਦਾਜ਼ਾ ਲਗਾਇਆ, ਸਾਨੂੰ ਪਤਾ ਨਹੀਂ ਹੈਗਾ। ਠੀਕ ਹੈ, ਹਾਊ ਓਲਡ ਇਜ਼ ਸ਼ੀ ਅਸੀਂ ਅੰਦਾਜ਼ਾ ਲਗਾਇਆ। ਕਿਸੇ ਨੇ ਸਾਨੂੰ ਕੁਐਸਚਨ ਪੁੱਛਿਆ ਕਿ ਉਹਦੀ ਕਿੰਨੀ ਕੁ ਉਮਰ ਆ, ਆਪਾਂ ਅੰਦਾਜ਼ਾ ਲਗਾਇਆ ਸ਼ੀ ਕੁਡ ਬੀ 16, ਉਹ 16 ਈਅਰਸ ਦੀ ਓਲਡ ਹੋ ਸਕਦੀ ਹੈ। ਠੀਕ ਹੈ, ਨੈਕਸਟ ਦੇਖ ਲੈਂਦੇ ਇੱਕ ਹੋਰ ਸੈਂਟੈਂਸ ਕਿ ਹੁਣ ਕਿਸੇ ਨੇ ਸਾਨੂੰ ਪੁੱਛਿਆ ਹੂ ਇਜ਼ ਹੀ ਵਿਦ ਹਿਮ। ਠੀਕ ਹੈ, ਜਨਰਲੀ ਅਸੀਂ ਕਿਸੇ ਨੂੰ ਪੁੱਛ ਲੈਂਦੇ ਕਿ ਉਹਦੇ ਨਾਲ ਉਹ ਕੌਣ ਆ। ਠੀਕ ਹੈ, ਇਸ ਦਾ ਕੁਐਸਚਨ ਜੇ ਸਾਨੂੰ ਅੰਦਾਜ਼ਾ ਹੀ ਲਗਾਉਣਾ, ਪੋਸੀਬਿਲਿਟੀ ਦੱਸਣੀ ਹੈ, ਸਾਨੂੰ ਨਹੀਂ ਪਤਾ ਐਗਜ਼ੈਕਟਲੀ ਕੌਣ ਆ, ਤਾਂ ਕੀ ਕਹਿ ਸਕਦੇ, ਹੀ ਕੁਡ ਬੀ ਹਿਜ਼ ਬ੍ਰਦਰ। ਜਾਂ ਕੁਛ ਵੀ ਕਹਿ ਸਕਦੇ, ਹੀ ਕੁਡ ਬੀ ਹਿਜ਼ ਫਰੈਂਡ ਜਾਂ ਹੀ ਕੁਡ ਬੀ ਹਿਜ਼ ਫਾਦਰ। ਇਸ ਤਰੀਕੇ ਨਾਲ ਆਪਾਂ ਏਜ ਦੇ ਅਕੋਰਡਿੰਗਲੀ ਕਹਿ ਸਕਦੇ ਹਾਂ। ਠੀਕ ਹੈ, ਸੋ ਜਦੋਂ ਹੁਣ ਆਪਾਂ ਪੋਸੀਬਿਲਿਟੀ ਦੱਸਣੀ ਹੈ, ਪੋਸੀਬਿਲਿਟੀ ਰਿਪਰੈਜ਼ੈਂਟ ਕਰਨੀ, ਤਾਂ ਆਪਾਂ ਕੁਡ ਦਾ ਯੂਜ਼ ਕੀਤਾ। ਦੇਖੋ, ਉੱਥੇ ਆਪਾਂ ਕੈਨ ਦਾ ਯੂਜ਼ ਨਹੀਂ ਕੀਤਾ। ਹੁਣ ਦੇਖੋ, ਮੋਸਟ ਇੰਪੋਰਟੈਂਟ ਟਾਸਕ ਜਿਹੜਾ ਸਾਡਾ ਕੁਡ ਹੈਵ, ਜਦੋਂ ਕੁਡ ਹੈਵ ਇਕੱਠਾ ਲੱਗਾ ਹੈ ਤਾਂ ਉਸ ਤਰੀਕੇ ਨਾਲ ਆਪਾਂ ਸੈਂਟੈਂਸ ਕਿੱਦਾਂ ਬਣਾਉਣਾ ਹੈ।
ਠੀਕ ਹੈ। ਇਸ ਤਰੀਕੇ ਦੀ ਸੈਂਟੈਂਸ ਦੀ ਸਟਰਕਚਰ ਦੇਖ ਲੈਣੇ ਪਹਿਲਾਂ ਕੀ ਹੁੰਦੀ ਹੈ। ਜਿਵੇਂ ਕਿ ਸਾਡਾ ਸਬਜੈਕਟ, ਠੀਕ ਹੈ, ਪਲੱਸ ਕੁਡ ਹੈਵ ਪਲੱਸ ਵਰਬ ਦੀ ਥਰਡ ਫਾਰਮ ਤੇ ਪਲੱਸ ਆਬਜੈਕਟ। ਇਸ ਤਰੀਕੇ ਦਾ ਸੈਂਟੈਂਸ ਹੁੰਦਾ, ਠੀਕ ਹੈ, ਸਾਡਾ ਜਦੋਂ ਸਾਡੇ ਸਟਰਕਚਰ ਹੁੰਦੀ ਹੈ। ਤੇ ਕੁਡ ਹੈਵ ਦਾ ਯੂਜ਼ ਦੇਖ ਲੈਣੇ ਕਿੱਥੇ ਕਿੱਥੇ ਕਰਦੇ ਆ। ਹਾਂਜੀ, ਜਦੋਂ ਆਪਾਂ ਕਹਿਣਾ ਹੋਵੇ ਕਿ ਕਰ ਸਕਦਾ ਸੀ, ਕਿਸੇ ਦੀ ਐਬਿਲਿਟੀ ਦੱਸਣੀ ਹੈ, ਕਰ ਸਕਦਾ ਸੀ, ਕਰ ਸਕਦਾ ਸੀ ਜਾਂ ਹੋ ਸਕਦਾ ਸੀ। ਹੁਣ ਦੇਖੋ ਇਸ ਤਰੀਕੇ ਦੇ ਸੈਂਟੈਂਸ, ਇਹ ਉਦੋਂ ਸੈਂਟੈਂਸ ਬਣਾਉਣੇ ਜਦੋਂ ਹੁਣ ਐਕਸ਼ਨ ਜਿਹੜਾ ਪਾਸਟ ਦੇ ਵਿੱਚ ਹੋਇਆ ਹੋਵੇ, ਪਾਸਟ ਦੇ ਵਿੱਚ ਐਕਸ਼ਨ ਦੀ ਗੱਲ ਕੀਤੀ ਹੋਵੇ ਫਿਊਚਰ ਦੀ, ਬਟ ਐਕਸ਼ਨ ਇਨ ਫਿਊਚਰ ਦਰਅਸਲ ਹੋਇਆ ਨਹੀਂ, ਠੀਕ ਹੈ। ਆਪਾਂ ਸਮਝ ਲਓ ਕਿ ਪਾਸਟ ਦੇ ਵਿੱਚ ਪਿਛਲੇ ਮਹੀਨੇ ਆਪਾਂ ਕੋਈ ਗੱਲ ਕਰਦੇ ਸੀ, ਪਲਾਨ ਬਣਾ ਰਹੇ ਸੀ ਫਿਊਚਰ ਦੇ ਵਾਸਤੇ, ਬਟ ਉਹ ਫਿਊਚਰ ਦੇ ਵਿੱਚ ਜਿਹੜਾ ਆ ਉਹ ਐਕਸ਼ਨ ਦੇ ਵਿੱਚ ਨਹੀਂ ਲਿਆਂਦਾ ਗਿਆ, ਉਹ ਹੋਇਆ ਨਹੀਂ, ਠੀਕ ਹੈ। ਇਸ ਕਰਕੇ ਇਸ ਤਰੀਕੇ ਦੇ ਨਾਲ ਕੀ ਆ, ਕਿਸੇ ਦੀ ਐਬਿਲਿਟੀ ਕੀ ਕਰ ਸਕਦਾ ਸੀ ਜਾਂ ਹੋ ਸਕਦਾ ਸੀ, ਠੀਕ ਹੈ। ਹੁੰਦੀ ਗੱਲ ਪਾਸਟ ਦੀ ਦਰਅਸਲ। ਹੁਣ ਦੇਖੋ, ਦਿਸ ਫਾਰਮ ਇਜ਼ ਯੂਜ਼ਡ ਫॉर ਪਾਸਟ ਐਬਿਲਿਟੀ ਵਾਈਲ ਇੰਡੀਕੇਟਿੰਗ ਦੈਟ ਦਾ ਐਕਸ਼ਨ ਡਿਡ ਨਾਟ ਟੇਕ ਪਲੇਸ। ਪਾਸਟ ਦੀ ਗੱਲ ਕੀਤੀ ਬਟ ਐਕਸ਼ਨ ਹੋਇਆ ਨਹੀਂ, ਠੀਕ ਹੈ। ਸੈਂਟੈਂਸ ਦੀ ਸਟਰਕਚਰ ਇਸ ਤਰੀਕੇ ਦੀ ਬਣਨੀ ਹੈ, ਸਬਜੈਕਟ ਪਲੱਸ ਕੁਡ ਹੈਵ ਪਲੱਸ ਵਰਬ ਦੀ ਥਰਡ ਫਾਰਮ ਪਲੱਸ ਆਬਜੈਕਟ, ਠੀਕ ਹੈ। ਇਸ ਤਰੀਕੇ ਦਾ ਹੁਣ ਸੈਂਟੈਂਸ ਐਗਜ਼ਾਮਪਲ ਲੈ ਲੈਂਦੇ ਆ। I could have revealed the secret। ਹੁਣ ਇੱਥੇ ਕੀ ਆ, I could have revealed the secret, ਮੈਂ ਸੀਕ੍ਰੇਟ ਰਿਵੀਲ ਕਰ ਸਕਦਾ ਸੀ, ਹੋ ਸਕਦਾ ਸੀ ਬਟ ਮੈਂ ਕੀਤਾ ਨਹੀਂ, ਠੀਕ ਹੈ। ਇੱਥੇ ਹੁਣ ਆਪਾਂ ਐਕਸ਼ਨ ਦਰਅਸਲ ਦੱਸ ਕੀ ਰਿਹਾ, ਬਟ I didn't। ਮੈਂ ਸੀਕ੍ਰੇਟ ਰਿਵੀਲ ਕਰ ਸਕਦਾ ਸੀ ਬਟ ਮੈਂ ਕੀਤਾ ਨਹੀਂ, ਠੀਕ ਹੈ। I could have revealed the secret but I didn't, ਮੈਂ ਨਹੀਂ ਕੀਤਾ। ਹੁਣ ਨੈਕਸਟ ਇੱਕ ਹੋਰ ਸੈਂਟੈਂਸ ਦੇਖ ਲੈਂਦੇ ਆ ਕਿ the police could have arrested him, ਠੀਕ ਹੈ। the police could have arrested him। ਹੁਣ ਕੀ ਆ, ਪੁਲਿਸ ਜਿਹੜੀ ਆ ਅਰੈਸਟ ਕਰ ਸਕਦੀ ਸੀ, ਬਟ ਹੁਣ ਜਿਵੇਂ ਕਿ ਆਪਾਂ ਨੂੰ ਸੈਂਟੈਂਸ ਦਾ ਪਤਾ ਹੀ ਹੈ ਪਹਿਲਾਂ ਹੀ, ਦਾ ਐਕਸ਼ਨ ਡਿਡ ਨਾਟ ਟੇਕ ਪਲੇਸ, ਐਕਸ਼ਨ ਹੋਇਆ ਨਹੀਂ। ਹੁਣ ਇਹ ਸੈਂਟੈਂਸ ਤੋਂ ਹੀ ਪਤਾ ਲੱਗਦਾ ਕਿ ਦਾ ਪੁਲਿਸ ਕੁਡ ਹੈਵ ਅਰੈਸਟਡ ਹਿਮ ਬਟ ਐਕਸ਼ਨ ਡਿਡ ਨਾਟ ਟੇਕ ਪਲੇਸ, ਯਾਨੀ ਕਿ ਪੁਲਿਸ ਨੇ ਅਰੈਸਟ ਨਹੀਂ ਕੀਤਾ, ਠੀਕ ਹੈ। ਇਸ ਤਰੀਕੇ ਦੇ ਸੈਂਟੈਂਸ ਨੂੰ ਆਪਾਂ ਕੁਡ ਹੈਵ ਦੇ ਨਾਲ ਯੂਜ਼ ਕਰਨਾ। ਸੋ ਇਸ ਤਰੀਕੇ ਦੀਆਂ ਮਾਡਲ ਵਰਬਸ ਦੀਆਂ ਜਾਂ ਇੰਗਲਿਸ਼ ਗ੍ਰਾਮਰ ਦੀਆਂ ਵੀਡੀਓਜ਼ ਦੇਖਣ ਦੇ ਲਈ ਸਾਡਾ ਚੈਨਲ ਵਿਜ਼ਡਮ ਐਜੂਕੇਸ਼ਨ ਪੁਆਇੰਟ RDC ਫੋਲੋ ਕਰੋ ਤੇ ਵੱਧ ਤੋਂ ਵੱਧ ਇਹਨੂੰ ਸ਼ੇਅਰ ਕਰੋ ਤਾਂ ਕਿ ਤੁਹਾਡੇ ਫਰੈਂਡਸ ਵੀ ਇਸ ਇਨਫੋਰਮੇਸ਼ਨ ਦਾ ਫਾਇਦਾ ਲੈ ਸਕਣ। ਥੈਂਕ ਯੂ।